ਸੋ ਅੱਜ ਦੇ ਇਸ ਵਚਨ ਨੂੰ ਜਿਸ ਨੂੰ ਤੁਸੀਂ ਪੰਜਾਬੀ ਵਿੱਚ ਸੁਣ ਰਹੇ ਹੋ, ਇਹ ਮੋਸਟ ਰੈਵਰੈਂਡ ਡਾਕਟਰ ਜੋਸਫ ਡਿਸੂਜ਼ਾ ਜੀ ਦੁਆਰਾ ਦਿੱਤਾ ਗਿਆ ਹੈ, ਜੋ ਗੁੱਡ ਸ਼ੈਫਰਡ ਚਰਚ ਅਤੇ ਉਸ ਨਾਲ ਸੰਬੰਧਿਤ ਸੇਵਕਾਈ ਦੇ ਸੰਚਾਲਕ ਅਤੇ ਆਰਕ ਬਿਸ਼ਪ ਹਨ। ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਵਿੱਚ। ਸੋ ਅੱਜ ਦਾ ਬਾਈਬਲ ਦਾ ਹਿੱਸਾ ਜੋ ਲਿਆ ਗਿਆ ਹੈ ਅੱਜ ਦੇ ਵਚਨ ਦੇ ਲਈ, ਉਹ ਲਿਆ ਗਿਆ ਹੈ ਮੱਤੀ ਦੀ ਅੰਜੀਲ, ਉਹਦਾ 22 ਅਧਿਆਏ, ਉਹਦੀ 15 ਆਇਤ ਤੋਂ ਲੈ ਕੇ 22 ਆਇਤ ਤੱਕ। ਇੱਥੇ ਇਸ ਤਰ੍ਹਾਂ ਲਿਖਿਆ ਹੈ, ਜਦੋਂ ਫਰੀਸੀਆਂ ਨੇ ਜਾ ਕੇ ਮਤਾ ਪਕਾਇਆ ਜੋ ਉਹਨੂੰ ਕਿਸ ਤਰ੍ਹਾਂ ਗੱਲਾਂ ਵਿੱਚ ਫਸਾਈਏ, ਅਤੇ ਉਹਨਾਂ ਆਪਣੇ ਚੇਲਿਆਂ ਨੂੰ ਹੈਰੋਦੀਆਂ ਦੇ ਨਾਲ ਉਸ ਦੇ ਕੋਲ ਭੇਜਿਆ ਭਈ ਉਸ ਨੂੰ ਆਖਣ, ਗੁਰੂ ਜੀ, ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈ ਅਤੇ ਸੱਚਾਈ ਨਾਲ ਪਰਮੇਸ਼ਰ ਦਾ ਰਾਹ ਦੱਸਦਾ ਹੈ, ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ, ਕਿਉਂ ਜੋ ਤੂੰ ਮਨੁੱਖਾਂ ਦਾ ਪੱਖ ਨਹੀਂ ਕਰਦਾ। ਸੋ ਸਾਨੂੰ ਦੱਸ, ਤੂੰ ਕੀ ਸਮਝਦਾ ਹੈ ਜੋ ਕੇਸਰ ਨੂੰ ਜਜ਼ੀਆ ਦੇਣਾ ਯੋਗ ਹੈ ਜਾਂ ਨਹੀਂ? ਪਰ ਯੀਸ਼ੂ ਨੇ ਉਹਨਾਂ ਦੀ ਸ਼ਰਾਰਤ ਜਾਣ ਕੇ ਆਖਿਆ, ਹੇ ਕਪਟੀਓ, ਕਿਉਂ ਮੈਨੂੰ ਤੁਸੀਂ ਪਰਤਾਉਂਦੇ ਹੋ? ਜਜ਼ੀਏ ਦਾ ਸਿੱਕਾ ਮੈਨੂੰ ਵਿਖਾਓ। ਤਦ ਉਹ ਇੱਕ ਅਠਿਆਨੀ ਉਸ ਕੋਲ ਲਿਆਏ, ਅਤੇ ਉਸ ਨੇ ਉਹਨਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਇਸ ਦੇ ਉੱਤੇ ਕਿਹਦੀ ਹੈ? ਉਹਨਾਂ ਉਸ ਨੂੰ ਕਿਹਾ, ਕੇਸਰ ਦੀ ਹੈ। ਤਦ ਉਸ ਨੇ ਉਹਨਾਂ ਨੂੰ ਆਖਿਆ, ਫਿਰ ਜਿਹੜੀਆਂ ਚੀਜ਼ਾਂ ਕੇਸਰ ਦੀਆਂ ਹਨ ਉਹ ਕੇਸਰ ਨੂੰ, ਅਤੇ ਜਿਹੜੀਆਂ ਪਰਮੇਸ਼ਰ ਦੀਆਂ ਹਨ ਉਹ ਪਰਮੇਸ਼ਰ ਨੂੰ ਦਿਓ। ਅਤੇ ਉਹਨਾਂ ਨੇ ਇਹ ਸੁਣ ਕੇ ਅਚਰਜ ਮੰਨਿਆ ਔਰ ਉਸ ਨੂੰ ਛੱਡ ਕੇ ਚਲੇ ਗਏ। ਇਹ ਪਰਮੇਸ਼ਰ ਦਾ ਪਵਿੱਤਰ ਵਚਨ ਹੈ। ਸੋ ਪਰਮੇਸ਼ਰ ਆਪਣੇ ਵਚਨ ਦੇ ਪੜ੍ਹੇ ਅਤੇ ਸੁਣੇ ਜਾਣ 'ਤੇ ਸਾਨੂੰ ਸਾਰਿਆਂ ਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇਵੇ। ਸੋ ਅੱਜ ਦੇ ਇਸ ਵਚਨ ਨੂੰ ਜੋ ਵਿਸ਼ਾ ਦਿੱਤਾ ਗਿਆ ਹੈ ਉਹ ਇਹ ਹੈ ਕਿ ਪਰਮੇਸ਼ਰ ਦਾ ਪਿਆਰ ਅਤੇ ਦੇਸ਼ ਦਾ ਪਿਆਰ। ਪਰਮੇਸ਼ਰ ਦਾ ਪਿਆਰ ਅਤੇ ਦੇਸ਼ ਦਾ ਪਿਆਰ। ਰੱਬ ਦੇ ਪਿਆਰਿਓ, ਪ੍ਰਭੂ ਯੀਸ਼ੂ ਮਸੀਹ ਦੇ ਵੀ ਸਾਡੇ ਵਾਂਗੂ ਦੁਸ਼ਮਣ ਸਨ, ਵਿਰੋਧੀ ਸਨ। ਤੇ ਪ੍ਰਭੂ ਯੀਸ਼ੂ ਮਸੀਹ ਦੇ ਵਿਰੋਧੀ ਦੁਸ਼ਮਣ ਉਹ ਸਨ ਜੋ ਫਰੀਸੀ, ਸਦੂਕੀ, ਉਹ ਧਾਰਮਿਕ ਜਮਾਤ ਜਿਹੜੀ ਉਹਨਾਂ ਦੇ ਸਮੇਂ 'ਤੇ ਸੀ। ਤੇ ਉਹ ਹਰ ਸਮੇਂ ਪ੍ਰਭੂ ਯੀਸ਼ੂ ਮਸੀਹ ਨੂੰ ਆਪਣੇ ਸਵਾਲਾਂ ਦੇ ਨਾਲ ਫਸਾਉਣਾ ਚਾਹੁੰਦੇ ਸੀ, ਆਪਣੇ ਜਾਲ 'ਚ ਫਸਾਉਣਾ ਚਾਹੁੰਦੇ ਸੀ। ਤੋ ਹਰ ਵੇਲੇ ਯੀਸ਼ੂ ਮਸੀਹ ਦੇ ਕੋਲ ਆਉਂਦੇ ਸਨ ਵੱਖ-ਵੱਖ ਸਵਾਲਾਂ ਦੇ ਨਾਲ, ਤਾਂ ਕਿ ਉਹ ਯੀਸ਼ੂ ਮਸੀਹ ਨੂੰ ਮੁਸ਼ਕਲ ਦੇ ਵਿੱਚ ਪਾ ਦੇਣ, ਪ੍ਰਭੂ ਯੀਸ਼ੂ ਮਸੀਹ ਲਈ ਮੁਸ਼ਕਲ ਖੜੀ ਕਰ ਦੇਣ। ਤੇ ਇੱਥੇ ਉਹ ਇੱਕ ਇਸੇ ਤਰ੍ਹਾਂ ਦਾ ਮੁੱਦਾ ਲੈ ਕੇ ਆਉਂਦੇ ਨੇ, ਉਹ ਸਵਾਲ ਲੈ ਕੇ ਆਉਂਦੇ ਨੇ ਜਿੱਥੇ ਇਸ ਸਵਾਲ ਦੇ ਵਿੱਚ ਉਹ ਪਰਮੇਸ਼ਰ ਨੂੰ ਦੇਸ਼ ਦੇ ਵਿਰੁੱਧ ਪੇਸ਼ ਕਰਦੇ ਨੇ। ਤੋ ਆਪਣੇ ਸਮੇਂ ਦਾ ਬਹੁਤ ਹੀ ਭਖਦਾ ਹੋਇਆ, ਬਹੁਤ ਮੁੱਖ ਮੁੱਦਾ ਯੀਸ਼ੂ ਮਸੀਹ ਦੇ ਕੋਲ ਲੈ ਕੇ ਆਉਂਦੇ ਨੇ। ਉਹ ਸਵਾਲ ਦੇ ਨਾਲ ਆਉਂਦੇ ਨੇ ਜਿਸ ਨਾਲ ਬਹੁਤ ਯਹੂਦੀ ਖੁਸ਼ ਨਹੀਂ ਸਨ, ਇਸ ਤੋਂ ਅਪਰਸੰਨ ਸਨ, ਦੁੱਖ ਦੇ ਵਿੱਚ ਸਨ, ਕਸ਼ਟ ਦੇ ਵਿੱਚ ਸਨ। ਤੇ ਉਹ ਮੁੱਦਾ ਸੀ ਜੋ ਰੋਮੀਆਂ ਵੱਲੋਂ ਯਹੂਦੀਆਂ ਤੇ ਇਜ਼ਰਾਈਲੀਆਂ ਉੱਤੇ ਟੈਕਸ ਲਗਾਇਆ ਗਿਆ ਸੀ, ਚੁੰਗੀ ਲਗਾਈ ਸੀ। ਉਹ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਇਸ ਬਹੁਤ ਹੀ ਭਾਵਨਾਤਮਕ ਮੁੱਦੇ ਨਾਲ ਇਸ ਲਈ ਆਏ ਤਾਂ ਕਿ ਉਹ ਯੀਸ਼ੂ ਨੂੰ ਫਸਾ ਸਕਣ। ਤੇ ਉਹ ਸੋਚਦੇ ਸਨ ਕਿ ਯੀਸ਼ੂ ਕਹਿਣਗੇ ਕਿ ਹਾਂ, ਇਹ ਜੋ ਟੈਕਸ ਇਹਨਾਂ ਲਾਇਆ ਹੈ ਬਹੁਤ ਹੀ ਮਾੜੀ ਗੱਲ, ਇਹ ਲੱਗਣਾ ਨਹੀਂ ਸੀ ਚਾਹੀਦਾ, ਇਹ ਸਹੀ ਨਹੀਂ ਹੈ, ਇਹ ਹੋਣਾ ਨਹੀਂ ਚਾਹੀਦਾ। ਤੇ ਹੋ ਸਕਦਾ ਕਿ ਤੁਸੀਂ ਵੀ ਇਹ ਸੋਚਦੇ ਹੋ ਕਿ ਟੈਕਸ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਸਾਨੂੰ ਇਹ ਨਹੀਂ ਦੇਣਾ ਚਾਹੀਦਾ, ਅਤੇ ਇਸ ਨਾਲ ਦੇਸ਼ ਦੇ ਕਾਨੂੰਨ ਦਾ ਵਿਰੋਧ ਕਰਦੇ ਹੋਈਏ, ਜਿਵੇਂ ਉਹ ਸੋਚਦੇ ਸੀ। ਪਰ ਯਾਦ ਰੱਖੀਏ, ਯੀਸ਼ੂ ਮਸੀਹ ਬਹੁਤ ਹੀ ਆਤਮਿਕ ਅਤੇ ਰਾਜਨੀਤਿਕ ਤੌਰ 'ਤੇ ਬਹੁਤ ਹੀ ਵੱਡੇ ਗਿਆਨੀ ਸਨ। ਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਉਹਨੂੰ ਆਖਿਆ
ਕਿ ਮੈਨੂੰ ਸਿੱਕਾ ਦਿਓ ਜਿਹਦੇ ਬਾਰੇ ਤੁਸੀਂ ਗੱਲ ਕਰਦੇ ਹੋ। ਤੇ ਉਹਨਾਂ ਨੂੰ ਪੁੱਛਿਆ ਕਿ ਇਹਦੇ ਉੱਤੇ ਕਿਹਦੀ ਮੋਹਰ ਤੇ ਕਿਹਦੀ ਮੋਹਰ ਏ, ਕਿਹਦੀ ਪਛਾਣ ਏ? ਤਾਂ ਜਵਾਬ ਆਉਂਦਾ ਏ ਕਿ ਕੇਸਰ ਦੀ ਹੈ। ਤੇ ਉਹ ਕਹਿੰਦੇ ਨੇ ਕਿ ਜੋ ਕੇਸਰ ਦਾ ਹੈ ਉਹ ਕੇਸਰ ਨੂੰ ਦਿਓ, ਤੇ ਜੋ ਚੀਜ਼ਾਂ ਪਰਮੇਸ਼ਰ ਦੀਆਂ ਨੇ ਉਹ ਪਰਮੇਸ਼ਰ ਨੂੰ ਦਿਓ। ਪ੍ਰਭੂ ਯਿਸੂ ਮਸੀਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਸ ਚੀਜ਼ਾਂ ਦਾ ਅੰਤਰ ਕਰਦੇ ਨੇ, ਅੰਤਰ ਸਮਝਾਉਂਦੇ ਨੇ ਤੇ ਕਹਿੰਦੇ ਨੇ ਕਿ ਤੁਸੀਂ ਆਪਣੇ ਦੇਸ਼ ਨੂੰ ਪਿਆਰ ਕਰੋ, ਆਪਣੇ ਦੇਸ਼ ਨੂੰ ਪਿਆਰ ਕਰੋ, ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਰਹੋ। ਜਿਵੇਂ ਅੱਜ ਕੱਲ੍ਹ ਸਾਡੇ ਦੇਸ਼ ਦੇ ਵਿੱਚ ਸ਼ਬਦ ਵਰਤਿਆ ਜਾਂਦਾ ਹੈ ਦੇਸ਼ ਭਗਤ, ਆਪਣੇ ਦੇਸ਼ ਪ੍ਰਤੀ ਦੇਸ਼ ਭਗਤ ਬਣੋ। ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਆਪਣੇ ਦੇਸ਼ ਨੂੰ ਪਿਆਰ ਕਰੋ, ਉਹਦੀ ਮਹੱਤਤਾ ਨੂੰ ਸਮਝੋ, ਉਹਦੇ ਵਾਸਤੇ ਕੰਮ ਕਰੋ। ਆਪਣੇ ਦੇਸ਼ ਨੂੰ ਪਿਆਰ ਕਰੀਏ, ਉਹਦੇ ਤੇ ਮਾਣ ਕਰੀਏ। ਤੇ ਇਸ ਦੇ ਨਾਲ ਨਾਲ ਇਹ ਵੀ ਯਾਦ ਰੱਖੀਏ ਕਿ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਮੰਨਦੇ ਆ, ਉਹਦੇ ਪਿੱਛੇ ਚੱਲਦੇ ਆ, ਉਹ ਕੋਈ ਵੱਖਰੀ ਚੀਜ਼ ਨਹੀਂ ਹੈ। ਅਸੀਂ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਹੋਇਆਂ ਇਹ ਸਾਰੀਆਂ ਚੀਜ਼ਾਂ ਆਪਣੇ ਦੇਸ਼ ਲਈ ਕਰਨੀਆਂ ਨੇ। ਦੇਸ਼ ਨੂੰ ਪਿਆਰ ਕਰਨਾ ਹੈ, ਦੇਸ਼ ਵਾਸਤੇ ਸੋਚਣਾ ਹੈ, ਦੇਸ਼ ਵਾਸਤੇ ਕੰਮ ਕਰਨਾ ਹੈ, ਦੇਸ਼ ਭਗਤ ਬਣਨਾ ਹੈ। ਇਹ ਦੋਵੇਂ ਚੀਜ਼ਾਂ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਨਾ, ਦੇਸ਼ ਨਾਲ, ਇਹ ਕੋਈ ਇਹਨਾਂ ਦੀ ਕੋਈ ਆਪ ਦੇ ਵਿੱਚ ਕੋਈ ਵਿਰੋਧ ਨਹੀਂ, ਇੱਕ ਦੂਜੇ ਦੇ ਵਿਰੁੱਧ ਨਹੀਂ ਹੈ। ਇਹ ਦੋਵੇਂ ਪਰਮੇਸ਼ਰ ਲਈ ਨੇ। ਅਸੀਂ ਭਾਵੇਂ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਕੋਨੇ ਦੇ ਵਿੱਚ ਰਹਿੰਦੇ ਹੋਈਏ, ਅਸੀਂ ਇੱਕੋ ਸਮੇਂ ਪ੍ਰਭੂ ਯਿਸੂ ਮਸੀਹ ਦੇ ਨਾਲ ਵੀ ਪਿਆਰ ਕਰ ਸਕਦੇ ਹਾਂ ਤੇ ਆਪਣੇ ਉਸ ਦੇਸ਼ ਦੇ ਨਾਲ ਵੀ ਪਿਆਰ ਕਰ ਸਕਦੇ ਹਾਂ। ਸਾਨੂੰ ਇਸ ਬਾਰੇ ਉਲਝਣ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ। ਇਹ ਕੋਈ ਉਲਝਣ ਨਹੀਂ ਹੈ, ਕਿਉਂਕਿ ਜਿਹੜੇ ਦੇਸ਼ 'ਚ ਅਸੀਂ ਰਹਿੰਦੇ ਹਾਂ ਉਸ ਦੇਸ਼ ਨੂੰ ਸਾਡੀ ਲੋੜ ਹੈ। ਉਹ ਦੇਸ਼ ਨੂੰ ਲੋੜ ਹੈ ਕਿ ਅਸੀਂ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਕਰਨੀਆਂ ਪੈਣੀਆਂ ਨੇ ਦੇਸ਼ ਵਾਸਤੇ, ਤੇ ਉਹ ਸਾਡੀ ਦੇਸ਼ ਦੀ ਲੋੜ ਹੈ ਕਿ ਅਸੀਂ ਉਹ ਚੀਜ਼ਾਂ ਨੂੰ ਕਰੀਏ ਆਪਣੇ ਦੇਸ਼ ਵਾਸਤੇ। ਅਤੇ ਇਸ ਦੇ ਨਾਲ ਨਾਲ ਪਰਮੇਸ਼ਰ ਲਈ ਵੀ ਕੁਝ ਗੱਲਾਂ ਨੇ ਜਿਹੜੀਆਂ ਸਾਨੂੰ ਕਰਨੀਆਂ ਪੈਣੀਆਂ ਨੇ। ਕੁਝ ਚੀਜ਼ਾਂ ਨੇ ਜਿਹੜੀਆਂ ਪਰਮੇਸ਼ਰ ਚਾਹੁੰਦਾ ਹੈ, ਸਾਨੂੰ ਉਹ ਚੀਜ਼ਾਂ ਪਰਮੇਸ਼ਰ ਨੂੰ ਦੇਣੀਆਂ ਪੈਣੀਆਂ ਨੇ। ਇਸ ਕਰਕੇ ਪਹਿਲੀ ਗੱਲ ਜਿਹੜੀ ਮਾਖੀ ਕਿ ਯਾਦ ਰੱਖੀਏ ਕਿ ਪਰਮੇਸ਼ਰ ਦੇ ਨਾਲ ਪਿਆਰ ਕਰਨਾ ਤੇ ਦੇਸ਼ ਨਾਲ ਪਿਆਰ ਕਰਨਾ, ਇਹਦੇ ਵਿੱਚ ਕੋਈ ਅੰਤਰ ਨਹੀਂ ਹੈ, ਕੋਈ ਫਰਕ ਨਹੀਂ ਹੈ। ਇਹ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਵਿਰੋਧ 'ਚ ਨਹੀਂ ਹਨ, ਇਹ ਇੱਕ ਦੂਜੇ ਦੇ ਵਿਰੋਧ 'ਚ ਨਹੀਂ ਨੇ। ਅਤੇ ਦੂਸਰੀ ਗੱਲ ਜੋ ਪ੍ਰਭੂ ਯਿਸੂ ਮਸੀਹ, ਪੌਲੁਸ ਅਤੇ ਹੋਰ ਜੋ ਨਵੇਂ ਨਿਯਮ ਦੇ ਲਿਖਣ ਵਾਲੇ ਨੇ, ਉਹ ਸਾਰੇ ਸਾਡੇ ਕੋਲੋਂ ਚਾਹੁੰਦੇ ਹਨ ਕਿ ਅਸੀਂ ਇੱਕ ਵਫਾਦਾਰ ਦੇਸ਼ ਵਾਸੀ ਬਣੀਏ। ਜਿੱਥੇ ਵੀ ਸਾਨੂੰ ਪਰਮੇਸ਼ਰ ਨੇ ਰੱਖਿਆ, ਜਿੱਥੇ ਵੀ ਸਾਨੂੰ ਪਰਮੇਸ਼ਰ ਨੇ ਸਿਰਜਿਆ ਹੈ, ਅਸੀਂ ਉੱਥੋਂ ਦੇ ਵਫਾਦਾਰ, ਪਿਆਰ ਕਰਨ ਵਾਲੇ, ਮਾਣ ਕਰਨ ਵਾਲੇ ਨਾਗਰਿਕ ਬਣੀਏ। ਮਸੀਹ ਹੋਣ ਦੇ ਨਾਤੇ ਇਹ ਨਹੀਂ ਹੈ ਕਿ ਸਾਡੇ ਆਪਣੇ ਹੀ ਕਾਨੂੰਨ ਹੋਣ, ਅਸੀਂ ਆਪਣੇ ਹੀ ਕਾਨੂੰਨਾਂ ਨੂੰ ਬਣਾ ਕੇ ਚੱਲੀਏ, ਬਲਕਿ ਇਹ ਕਿ ਅਸੀਂ ਜਿਸ ਦੇਸ਼ ਦੇ ਰਹਿੰਦੇ ਹਾਂ, ਦੇਸ਼ ਦੇ ਨਾਗਰਿਕ ਹਾਂ, ਉਹਨਾਂ ਕਾਨੂੰਨਾਂ ਨੂੰ ਮੰਨਣਾ ਹੈ, ਆਪਣੇ ਕਾਨੂੰਨ ਨਹੀਂ ਬਣਾਉਣੇ। ਕਿਉਂਕਿ ਹਰੇਕ ਦੇਸ਼ ਨੂੰ, ਹਰ ਇੱਕ ਸਮਾਜ ਨੂੰ ਕੁਝ ਕਾਨੂੰਨਾਂ ਦੀ ਲੋੜ ਹੈ ਤਾਂ ਕਿ ਸਮਾਜ, ਦੇਸ਼ ਚੰਗੇ ਝੁਝਾਰੂ ਢੰਗ ਨਾਲ ਚੱਲ ਸਕੇ, ਵੱਧ ਸਕੇ। ਕਿਉਂਕਿ ਜਿੱਥੇ ਕੋਈ ਨਿਯਮ ਨਹੀਂ, ਕੋਈ ਕਾਨੂੰਨ ਨਾ ਹੋਵੇ ਤਾਂ ਉੱਥੇ ਬੜੀ ਉਲਝਣ ਪੈਦਾ ਹੋ ਜਾਏਗੀ, ਸਮਾਜ ਦੇ ਵਿੱਚ ਬੜਾ ਵਿਰੋਧਤਾ ਪੈਦਾ ਹੋ ਜਾਏਗੀ, ਕੋਈ ਸ਼ਾਂਤੀ ਨਹੀਂ ਹੋਊਗੀ, ਸ਼ਾਂਤੀ ਫੈਲੇਗੀ। ਇਸ ਲਈ ਕਾਨੂੰਨ ਜ਼ਰੂਰੀ ਨੇ। ਪ੍ਰਭੂ ਦੇ ਦਾਸ ਪੌਲੁਸ ਸਾਫ਼ ਸਾਨੂੰ ਕਹਿੰਦਾ ਹੈ
कि अधिकारियां सरकार देश के प्रति वफादार बनो, जो नियम ने उन्होंने मनो। तो नियम की कहते ने, जो पौलुस कहता कि तू चोरी ना कर, तू खून ना कर। तो ये जिहड़े कानून सिर्फ देश के कानून नहीं, बाइबल के भी कानून ने। ये बाइबल के भी कानून ने, देश के भी कानून ने, जिहड़े सानू मनने पैणे ने। ਅਤੇ ਇਹਦੇ ਨਾਲ ਨਾਲ ਅਸੀਂ ਦੇਸ਼ ਭਗਤ ਨਾਗਰਿਕ ਵੀ ਬਣਨਾ ਹੈ ਕਿ ਜਿੱਥੇ ਸਾਨੂੰ ਆਪਣੇ ਦੇਸ਼ ਨੂੰ, ਦੇਸ਼ ਦੀ ਰੱਖਿਆ ਕਰਨੀ ਪਵੇ ਤੇ ਉਹਦੇ ਵਾਸਤੇ ਅਸੀਂ ਅੱਗੇ ਖੜਨਾ ਹੈ। ਅਸੀਂ ਆਪਣੇ ਦੇਸ਼ ਦੇ ਹੱਕਾਂ ਲਈ ਲੜਨਾ ਹੈ, ਕਿਉਂਕਿ ਇਹ ਪਰਮੇਸ਼ਰ ਦੀ योजना है। ये परमेश्वर की योजना तहत ही है कि परमेश्वर ने ये सरकारां बनाईयां ने, ये देश बनाए ने, ये नियम जो परमेश्वर वालों बनाए जाते हैं, सरकारां उहदे वालों नियुक्त हुंदियां ने, उहदी योजना के तहत हुंदियां ने। अते ये जो नियम ने, देश का कानून है, ये कोई दुष्ट नहीं है, बल्कि परमेश्वर वालों ने ताकि वो समाज को बना सकन, समाज को अगे लैके जा सकन, समाज की उन्नति कर सकन। तो जदों असी इस तरह करते हैं, असी देश के एक वधिया नागरिक बनते हैं, जिहड़ा दूसरा पॉइंट है। अते इसे प्रकार तीसरा पॉइंट ये कि प्रभु का दास पौलुस कहता कि अपने अधिकारियों के लिए प्रार्थना करो, अपने हाकमां के लिए प्रार्थना करो, ताकि परमेश्वर उन्होंने समझ देवे, उन्होंने अंदर कृपा पावे कि वो सानू, साडे देश नू, समाज नू वधिया सोहणे झुझारू ढंग नाल चला सकन, साडी बेहतरी लई काम कर सकन, साडी रखवाली कर सकन। इस लिए प्रार्थना करनी है, जिस दे नाल असी परमेश्वर की वधिया ते सोहणे ढंग नाल परमेश्वर की महिमा आराधना कर सकते हैं। इसलिए सानू उन्हां वास्ते दुआ की लोड़ है कि वो साडे लिए वधिया कानून बनाउण, साडी बेहतरी लिए काम करन। इत्थे याद रखिए कि जदों पौलुस तिमोथी नूं लिखदा है, जदों अपने हाकमां अधिकारियों के लिए दुआ करने लई कहंदा है, तो उस समय जे वेखीए तो कोई चंगे हाकम अधिकारी नहीं सन, पर फिर भी वो कहता है कि असी इन्हां अधिकारियों हाकमां लई दुआ करनी। तो अज भी लोड़ है कि भावें जिवें मर्जी अधिकारी हाकम होण, असी उन्हां लई दुआ करनी है, क्योंकि उन्होंने भी अपने समय ते, प्रभु दास पौलुस नूं भी अपने समय ते नीरो वर्गियां पातशाहां दा सामना करना पिया। केसर वर्गे जिहड़े हाकम सन, उहदे समय तो उन्होंने सामना करना पिया, पर फिर भी वो प्रार्थना कर लई कहंदा है। पर वो ये सारियां चीज़ां कहंदा, प्रार्थना कर लई कहंदा, वो इस करके क्योंकि समझदा है, जानता है कि समाज दे विच शांति होना बहुत ज़रूरी है, देश दे विच शांति होना बहुत ज़रूरी है। तो वो किवें होवेगी जदों असीं प्रार्थना करांगे, जदों अपने हाकमां दी प्रार्थना करांगे, उदों ये देश तरक्कियां करनगे, ये समाज तरक्कियां करनगे, समाज दे विच शांति बनी रहेगी जदों असीं प्रार्थना करांगे। पौलुस इसे लिए सानू कहता है कि असी प्रार्थना करिए, क्योंकि जे शांति साडे समाज च नहीं, असी अगे नहीं वध सकते, असी तरक्की नहीं कर सकते। जे असी एक दूजे के विरोध हाँ, साडे अंदर शांति नहीं है, साडे समाज च शांति नहीं है, देश च शांति नहीं है, असी एक दूजे के विरोध हाँ, असी एक दूजे दी भावनावां दे विरोध हाँ, असी एक दूजे दी लत्तां खिंचते हाँ, तो असी अगे नहीं वध सकते, तरक्की नहीं कर सकते। तो जो परमेश्वर ने साडे अंदर खूबियां रखियां ने,
जो बरकतां रखियां ने उन्हां नूं असीं पा नहीं सकते। इसलिए असीं अपने हाकमां लई प्रार्थना करनी है। तो जदों सिक्के की गल करते हैं तो अज भी सिक्कियां दे उत्ते नोटां दे उत्ते असीं मोहर वेखदे, जिवें उस समय केसर की मोहर सी। साडे देश के नोट ते भी गांधी जी की मोहर है, उन्हां दी फोटो है मूरत है। अमरीका के डॉलर ते भी उन्हां दी मूरत है। जिहड़ी इंग्लैंड की राणी है उन्हां दे पाउंड ते उहदी मूरत है। तो रब दे प्यारो, ये सिक्के वांगू एक होर सिक्का है जिहदे ते अज असीं गौर करनी है। वो दूजा सिक्का किहड़ा है? वो साडा दिल है। ये सिक्का जिहड़ा दूजा है वो साडा दिल है। तो उहदे ते भी एक मोहर है। वो मोहर किहड़ी है? वो मूरत किहड़ी बनी है कि वचन च लिखिया है कि असी परमेश्वर दी रूप ते उहदी समानता दे विच बने आ। परमेश्वर दे स्वरूप ते समानता दे विच बने आ। ये मोहर है साडे उत्ते। ते इसलिए वो चाहुंदा है कि असी उहदी आराधना करिए, उहदी महिमा करिए। जो परमेश्वर दा बनदा है, जो इस साडे दिल दे सिक्के ते मोहर है, इस मोहर नूं जो इहदा परमेश्वर दा है, जिस ते मोहर परमेश्वर दी लगी है, वो परमेश्वर नूं असीं दईए ते उहदी महिमा करिए। अते ये जिहड़ी मोहर है ये बाहरी तौर ते दिखदी नहीं है जिवें नोटां ते दिखदी है, पर अंदर दे तौर ते, आंतरिक तौर ते, क्योंकि साफ वो मोहर है कि असीं परमेश्वर स्वरूप अते उहदी समानता च बनाए गए हैं। तो इस विच जो परमेश्वर साथों चाहुंदा है, जिहड़ी चीज़ परमेश्वर चाहुंदा है, उहदे विच कोई देश भी नहीं आ सकदा, कोई हाकम भी नहीं आ सकदा। क्योंकि जिहड़ी चीज़ परमेश्वर दी वो असीं किसी हाकम नूं नहीं दे सकते, असीं किसी नूं भी किसी बंदे नूं नहीं दे सकते। क्योंकि ये जिहड़ा हिस्सा परमेश्वर दा है। क्योंकि परमेश्वर जे जिहड़ा चीज़ हाकम दी बनदी है, केसर दी बनदी है, देश दी बनदी, सरकार दी बनी, उहदे च नहीं आउंदा। ते जो परमेश्वर दा बनदा है उहदे विच कोई बंदा भी नहीं आ सकदा। परमेश्वर दे हिस्से दे विच कोई हाकम भी नहीं आ सकदा। ते इस प्रकार असीं परमेश्वर नूं की देना है? वो है अपने जीवन तो उहदी महिमा, उहदी आराधना, उहदी तारीफ, उहनूं अपने जीवन दे विच उपर चकना है। उहदी ही महिमा करनी है, किसी मनुख की महिमा नहीं करनी। क्योंकि पौलुस दे समय भी जो केसर सी उन्हें परमेश्वर नूं रद्द किया ते मनुखां उत्ते जोर पाया कि उही सब कुछ है, उही परमेश्वर है। जिस चीज़ नूं पौलुस ने, चेलियां ने, सबना ने रद्द कर दिता ते इहदे नतीजे वजों उन्हां नूं मार दिता गया, उन्हां नूं कतल कर दिता गया, बहुत चीज़ां होईयां। पर उन्हां ने जो परमेश्वर दा सी वो बंदे नूं नहीं दिता। जिहड़ियां चीज़ां परमेश्वर दियां सी वो बंदे नूं नहीं दित्तियां। वो आदर जो परमेश्वर दा सी बंदे नूं नहीं दिता। केसर अगे नहीं झुके ते उहदे वास्ते दुख भी झल्ले, कष्ट भी झल्लिया, पर परमेश्वर नूं याद रखिया। उहदी चीज़, परमेश्वर दी चीज़ परमेश्वर नूं दित्ती। ते इत्थे सरकारां नूं भी, साडे हाकमां नूं भी इस चीज़ का ध्यान रखना पैना है, इस चीज़ ते काम करना पैना है कि जो परमेश्वर का अहुदा है, जो मनुख ते परमेश्वर दे विच है, वो कोई भी मनुख हो सकदा, उहदे विच वो रुकावट ना पाउण, उहदे विच वो रोड़ा ना पाउण। क्योंकि ये चीज़ां परमेश्वर नूं पसंद नहीं, परमेश्वर दे विरोध है। असी परमेश्वर दीयां चीज़ां दे नाल देश नूं ना जोड़ीए। परमेश्वर दी जो महिमा है उहदे नाल देश भगती नूं ना जोड़ीए। क्योंकि जे असी चीज़ां जोड़ते हैं, जो परमेश्वर दीयां चीज़ां नूं धरती नाल
समाज नाल जोड़ते हैं, देश भगती नाल जोड़ते हैं, परमेश्वर की महिमा नूं असी किसी होर चीज़ नूं दिंदे आ ते परमेश्वर नूं स्वीकार नहीं है। तो इस करके सरकारां नूं भी, हाकमां नूं इस चीज़ का ख्याल रखना पैना है। मनुक्खां नूं जो परमेश्वर नूं देना उन्हां दी मदद करनी पैनी है, उन्हां नूं सहायता करना पैनी है, उन्हां दी रखिया करनी पैनी है कि जो साडा सानूं दे रहे ने तो जो परमेश्वर दा भी है वो परमेश्वर नूं ये सारे लोक देण, उहदे विच लोकां दी मदद करनी पैनी है। अते ये जो वचन है ये साडे लई है, साडे सबना दे लई है कि असीं जदों मसीह होण दे नाते इक्को परमेश्वर की आराधना करते हैं। भावें असीं साडे भारत देश च रहिंदे हां ते असीं जो परमेश्वर दा है परमेश्वर नूं दवांगे। असीं परमेश्वर दा जो बनदा है वो असीं सरकार नूं, देश नूं नहीं दे सकदे। जो देश दा सरकार बनदा वो असीं दवांगे। हाँ, असीं देश भगत असीं हैगे हां, असीं देश भगती लई काम करदे हां, करांगे, पर परमेश्वर दा अहुदा, ओहदियां चीज़ां, ओहदियां गल्लां असीं देश नूं, मनुख नूं, हाकम नूं नहीं दे सकदे। वो अहुदा परमेश्वर दा हाकम नूं नहीं दे सकदे, क्योंकि प्रभु यीशु मसीह, एक गल याद रखिए कि प्रभु यीशु मसीह इस चीज़ के विरुद्ध नहीं है, वो हाकमां दे विरुद्ध नहीं है, सरकार के विरुद्ध, देश के विरुद्ध नहीं है। साडा परमेश्वर जिहदी असीं आराधना करते हैं प्रभु यीशु मसीह, वही परमेश्वर जिन्हें सब कुछ रचिया है, जिन्हें सारिया चीज़ों की रचना की है, उन्हें साडे देश की रचना की, बनाया है। तो जदों उन्हें सब कुछ रचिया, बनाया है, तो वो सानू आशीष देना चाहुंदा, बल्कि आशीष दे रहा है। तो जदों आशीष दे रहा है तो असीं परमेश्वर की आराधना करनी है, अपने हाकमां लई प्रार्थना करनी है, अपने देश की उन्नति लई काम करना है, तो परमेश्वर दीयां चीज़ां परमेश्वर नूं देणियां ने, ते जिहड़ियां हाकम दीयां, जिहड़ियां राजे दीयां चीज़ां ने, सरकार दीयां चीज़ां ने, वो असीं सरकार नूं देणियां ने। इत्थे जिहड़ा सवाल प्रभु यीशु मसीह तो पूछा गया, फरीसी लैके आए, वो इसे लिए लैके आए क्योंकि ये जिहड़ियां चीज़ां ने वो प्रभु नूं फसाउणा चाहुंदे सी, उहनूं समस्या दे विच पाउणा चाहुंदे, उलझाउणा चाहुंदे सी। पर असीं वेखदे हां कि असीं प्रभु यीशु मसीह ने बहुत ही समझदारी नाल, आत्मिक तौर पर उन्होंने बुझ लिया, समझ लिया, तो वह जवाब दिता कि जो केसर दा है केसर नूं दईए, तो जो परमेश्वर दा है परमेश्वर नूं दईए। अज परमेश्वर साडे सबना तो जिहड़े भी इस वचन नूं सुन रहे ने, साडे देश दे विच, देश दे बाहर, परमेश्वर चाहुंदा है कि जो केसर दा है, जो हाकम दा है, सरकार दा है, देश दा है, देश नूं दईए, तो जो परमेश्वर दा है वो परमेश्वर नूं दईए। तो जदों ये असीं करदे हां, असीं एक चंगे नागरिक बनते हैं, एक चंगा समाज बनता है, तो साडे जीवन तो जो परमेश्वर दा है जदों उहनूं असीं दिंदे हां, परमेश्वर साडे जीवन तो प्रसन्न हुंदा है। तो ये जिहड़ा मिश्रण प्रभु यीशु मसीह ने लिआंदा इन्हां दोवां गल्लां दे विच, वो इसलिए लिआंदा कि वो सानू आशीष देना चाहुंदा है, साडे देश नूं बरकत देना चाहुंदा है, साडे ते अपनी किरपा करना चाहुंदा है, सानू खुशहाल बनाउणा चाहुंदा है। ये मिश्रण जदों साडे जीवन च होवेगा, ये दोवां गल्लां दा मिश्रण जो साडे जीवन च होवेगा, असीं खुशहाल होवांगे, प्रभु सानू आशीष देवेगा, बरकत देवेगा। याद रखिए कि असीं जो मसीही लोग हैं, प्रभु दे लोग हैं, साडे द्वारा परमेश्वर साडे देश नूं आशीष देना चाहुंदा है, बरकत देना चाहुंदा है, साडे देश नूं अगे लैके जाना चाहुंदा है। ते प्रभु ने सानू इसे लिए चुनिया है, इसे लिए ठहराया है कि असी एक चंगे नागरिक बन सकीए। प्रभु की महिमा जदों असीं करते हैं, एक वाहिद परमेश्वर की, जीवित परमेश्वर की महिमा करते हैं, उस दे नाल नाल असीं चंगे वफादार नागरिक बन सकीए। भावें असीं किसी भी देश च रहिंदे होईए, किसी भी स्टेट दे विच रहिंदे होईए, वफादार बणीए। ये परमेश्वर चाहुंदा है,
ਇਹ ਮਿਸ਼ਰਣ ਚਾਹੁੰਦਾ ਹੈ ਸਾਡੇ ਜੀਵਨ ਦੇ ਵਿੱਚ। ਤੇ ਆਓ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੀਏ, ਆਪਣਾ ਜੀਵਨ ਨੂੰ ਪ੍ਰਭੂ ਨੂੰ ਦਈਏ ਤੇ ਕਹੀਏ, ਪ੍ਰਭੂ ਉਹ ਮਿਸ਼ਰਣ ਜੋ ਤੂੰ ਚਾਹੁੰਦਾ ਹੈ ਉਹ ਸਾਡੇ ਵਿੱਚ ਲਿਆ ਤੇ ਸਾਡੇ ਦੁਆਰਾ ਸਾਨੂੰ ਬਲੈਸ ਕਰ, ਸਾਡੇ ਦੇਸ਼ ਨੂੰ ਬਲੈਸ ਕਰ ਤੇ ਸਾਡੇ ਸਮਾਜ ਨੂੰ ਬਲੈਸ ਕਰ। ਸੋ ਪ੍ਰਭੂ ਇਹਨਾਂ ਵਚਨਾਂ ਦੁਆਰਾ ਸਾਨੂੰ ਸਭਨਾਂ ਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇਵੇ। ਆਮੀਨ। ਆਓ ਪ੍ਰਾਰਥਨਾ ਕਰੀਏ। ਪ੍ਰਭੂ ਯੀਸ਼ੂ, ਤੁਹਾਡਾ ਧੰਨਵਾਦ, ਤੁਹਾਡੀ ਮਹਿਮਾ, ਤੁਹਾਡੀ ਤਾਰੀਫ ਕਰਦੇ ਹਾਂ ਖੁਦਾਵੰਦ ਇਹਨਾਂ ਸਾਮਰਥੀ ਵਚਨਾਂ ਦੇ ਲਈ। ਤੇ ਪਰਮੇਸ਼ਰ ਇਹਨਾਂ ਵਚਨਾਂ ਅਨੁਸਾਰ ਅਸੀਂ ਪ੍ਰਾਰਥਨਾ ਕਰਦੇ ਹਾਂ, ਜਿਵੇਂ ਪ੍ਰਭੂ ਤੂੰ ਸਾਨੂੰ ਪੂਰੇ ਸੰਸਾਰ ਦੇ ਵਿੱਚ ਬਣਾ ਕੇ ਰੱਖਿਆ ਹੈ, ਵੱਖ-ਵੱਖ ਦੇਸ਼ਾਂ 'ਚ ਰੱਖਿਆ ਹੈ, ਸਾਨੂੰ ਸਾਡੇ ਦੇਸ਼ 'ਚ ਰੱਖਿਆ ਹੈ ਪ੍ਰਭੂ। ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ, ਧੰਨਵਾਦ ਕਰਨੇ ਸਾਡੇ ਦੇਸ਼ ਦੇ ਲਈ। ਤੇ ਪਰਮੇਸ਼ਰ ਪ੍ਰਾਰਥਨਾ ਕਰਦੇ ਇਹਨਾਂ ਵਚਨਾਂ ਦੇ ਜੋ ਅੱਜ ਸਾਨੂੰ ਦਿੱਤੇ ਨੇ, ਇਸ ਪ੍ਰਕਾਸ਼ਨ ਦੇ ਲਈ ਕਿ ਜੋ ਕੇਸਰ ਦਾ ਹੈ ਉਹ ਕੇਸਰ ਨੂੰ ਦਈਏ, ਜੋ ਦੇਸ਼ ਦਾ ਹੈ ਦੇਸ਼ ਨੂੰ ਦਈਏ, ਤੇ ਜੋ ਪਰਮੇਸ਼ਰ ਦਾ ਹੈ ਪਰਮੇਸ਼ਰ ਨੂੰ ਦਈਏ। ਪ੍ਰਭੂ ਅਸੀਂ ਚਾਹੁੰਦੇ ਹਾਂ ਸਾਡੀ ਅਗਵਾਈ ਕਰ, ਸਾਨੂੰ ਸਿਖਾ ਕਿ ਜੋ ਪ੍ਰਭੂ ਤੇਰਾ ਹੈ, ਜੋ ਚੀਜ਼ਾਂ ਤੇਰੀਆਂ ਨੇ ਸਾਡੇ ਜੀਵਨ ਦੇ ਵਿੱਚ, ਉਹ ਅਸੀਂ ਤੈਨੂੰ ਦਈਏ। ਤੇ ਜੋ ਦੇਸ਼ ਵਾਸਤੇ ਜ਼ਰੂਰਤ ਹੈ ਸਾਡੇ ਜੀਵਨ ਤੋਂ, ਅਸੀਂ ਦੇਸ਼ ਨੂੰ ਵੀ ਦਈਏ। ਅਸੀਂ ਇਸ ਲਈ ਕੰਮ ਕਰੀਏ। ਪ੍ਰਭੂ ਸਾਡੀ ਅਗਵਾਈ ਕਰੋ, ਸਾਡੀ ਮਦਦ ਕਰੋ, ਤਾਂ ਕਿ ਅਸੀਂ ਪ੍ਰਭੂ ਚੰਗੇ ਨਾਗਰਿਕ ਬਣ ਸਕੀਏ। ਜਿਵੇਂ ਅਸੀਂ ਚੰਗੇ ਨਾਗਰਿਕ ਹਾਂ, ਅਸੀਂ ਬਿਹਤਰ ਨਾਗਰਿਕ ਬਣ ਸਕੀਏ ਤਾਂ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕੀਏ, ਦੇਸ਼ ਦੀ ਉੱਨਤੀ ਲਈ ਕੰਮ ਕਰ ਸਕੀਏ ਤੇ ਪ੍ਰਭੂ ਤੇਰੀ ਮਹਿਮਾ ਤੇ ਤੇਰੀ ਆਰਾਧਨਾ ਕਰ ਸਕੀਏ। ਪ੍ਰਭੂ ਯੀਸ਼ੂ ਮਸੀਹ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਆਓ ਅਸੀਂ ਜਿਵੇਂ ਪ੍ਰਭੂ ਨੇ ਸਿਖਾਇਆ ਪ੍ਰਾਰਥਨਾ ਕਰੀਏ। ਐ ਸਾਡੇ ਬਾਪ ਤੂੰ ਜੋ ਅਸਮਾਨ ਤੇ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਆਜ ਸਾਨੂੰ ਦੇ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰ ਨੂੰ ਮਾफ़ ਕਰਦੇ ਹਾਂ, ਤੂੰ ਵੀ ਸਾਡੇ ਕਸੂਰ ਸਾਨੂੰ ਮਾफ़ ਕਰ। ਸਾਨੂੰ ਅਜ਼ਮਾਇਸ਼ ਵਿੱਚ ਨਾ ਪੈਣ ਦੇ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹਤ, ਕੁਦਰਤ ਅਤੇ ਜਲਾਲ ਹਮੇਸ਼ਾ ਤੇਰੇ ਹਨ। ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਪਰਮੇਸ਼ਰ ਪਿਤਾ ਦਾ ਪਿਆਰ ਤੇ ਪਵਿੱਤਰ ਆਤਮਾ ਦੀ ਸੰਗਤੀ ਪ੍ਰਭੂ ਯਿਸੂ ਮਸੀਹ ਦੇ ਦੁਬਾਰਾ ਆਗਮਨ ਤੱਕ ਆਪਣੇ ਉਹਦੇ ਸੰਤਾਂ ਦੇ ਨਾਲ, ਸੇਵਕਾਂ ਦੇ ਨਾਲ ਤੇ ਇਸ ਵਚਨ ਨੂੰ ਸੁਣਨ ਵਾਲੇ ਸਾਰੇ ਲੋਕਾਂ ਦੇ ਨਾਲ ਹਮੇਸ਼ਾ ਤੱਕ ਹੁੰਦੀ ਰਹੇ। ਆਮੀਨ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਵੱਡੀ ਆਸ਼ੀਰਵਾਦ ਬਰਕਤ ਦੇਵੇ। ਬਹੁਤ ਬਹੁਤ ਧੰਨਵਾਦ।